ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਜੀਵ ਨੂੰ ਮਨੁੱਖਾ ਦੇਹੀ ਦਿੱਤੀ ਹੈ। ਭਾਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਸੰਸਾਰ ਦੀ ਨਿਵਰਤੀ ਕਰਨੀ ਆ। ਤੋ ਇਹੋ ਹੀ ਮਨੋਰਥ ਨੂੰ ਪੂਰਾ ਕਰਨ ਵਾਸਤੇ ਮਹਾਰਾਜ ਉਪਦੇਸ਼ ਕਰਦੇ ਨੇ ਕਿ ਭਾਈ ਉਸ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਰਕੇ ਆਪਣਾ ਮਨੁੱਖਾ ਦੇਹੀ ਨੂੰ ਸਫਲਾ ਕਰਨੀ। ਇਕ ਓੰਕਾਰ ਸਤਿਗੁਰੂ ਪ੍ਰਸਾਦ। ਆਸਾੜ ਤਪੰਦਾ ਤਿਸ ਲਗੇ ਹਰ ਨਾਹ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਸਾਧ ਸੰਗਤ, ਇਹ ਜੇਠ ਤੇ ਹਾੜ, ਇਹ 2 ਮਹੀਨੇ ਗਰਮ ਰਿਤੂ ਮੰਨੇ ਜਾਂਦੇ। ਅੱਖਰਾਂ ਦੇ ਵਿੱਚ ਆਸਾੜ ਆ, ਪਰ ਬੋਲੀ ਦੇ ਵਿੱਚ ਹਾੜ ਆ। ਤੋ ਮਹਾਰਾਜ ਉਪਦੇਸ਼ ਕਰਦੇ ਨੇ ਕਿ ਭਾਈ ਇਹ ਮਹੀਨੇ ਜਦੋਂ ਅੰਦਰੋਂ ਤੇ ਬਾਹਰੋਂ ਤਪਸ਼ ਵੱਧਦੀ ਆ ਤੇ ਮਨੁੱਖ ਦੁਖੀ ਹੁੰਦਾ, ਕਿਉਂਕਿ ਉਹਦੇ ਕੋਲ ਹਰੀ ਦੁੱਖਾਂ ਨੂੰ ਹਰਨ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਆ, ਉਹਦੇ ਨਾਮ ਦਾ ਗੁਣ ਰੂਪ ਮਹਿਮਾ ਨਹੀਂ ਹੈਗੀ। ਇਸ ਕਰਕੇ ਦੁਖੀ ਹੁੰਦਾ। ਪਹਿਲੇ ਸਮਿਆਂ ਦੇ ਵਿੱਚ ਜੇ ਗਰਮੀ ਹੈ ਤੇ ਗਰਮੀ ਝੱਲਣੀ ਪੈਣੀ, ਜੇ ਸਰਦੀ ਹੈ ਤੇ ਸਰਦੀ ਝੱਲਣੀ ਪੈਣੀ। ਹੁਣ ਤਾਂ ਭਾਈ ਗਰਮੀਆਂ ਦੇ ਵਿੱਚ ਸਰਦੀ ਔਰ ਸਰਦੀਆਂ ਵਿੱਚ ਗਰਮੀ ਯੰਤਰ ਦੁਆਰਾ ਕੀਤੀ ਜਾ ਸਕਦੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਬਾਹਰ ਤੇ ਜਦੋਂ ਪੁਰੇ ਦੀ ਹਵਾ ਵਗਦੀ ਆ ਇਸ ਮਹੀਨੇ ਦੇ ਵਿੱਚ, ਤੇ ਉਹਦੀ ਗਰਮ ਤਸੀਰ ਜਿਹੜੀ ਵਾਤਾਵਰਨ ਗਰਮ ਕਰ ਦਿੰਦੀ ਹੈ, ਪਰ ਅੰਦਰੋਂ ਜੇਕਰ ਉਹ ਠੰਡਾ ਵਾ, ਅੰਦਰ ਉਹਦਾ ਸੀਤਲ ਆ, ਧੀਰਜ ਆ, ਸੰਤੋਖ ਆ, ਤੇ ਫਿਰ ਬਾਹਰਲੀ ਤਪਸ਼ ਜਿਹੜੀ ਹੈਗੀ ਆ ਉਹਨੂੰ ਓਨਾ ਨੁਕਸਾਨ ਨਹੀਂ ਪਹੁੰਚਾਓ। ਮਹਾਰਾਜ ਕਹਿੰਦੇ ਕਿ ਜਦੋਂ ਬਾਹਰ ਤੇ ਗਰਮੀ ਹੈ ਹੀ ਹੈ ਆ, ਜਦੋਂ ਅੰਦਰੋਂ ਜੀਵ ਨੂੰ ਰਜੋ ਗੁਣ ਤੇ ਤਮੋ ਗੁਣ ਕਿ ਸਾਰਾ ਸੰਸਾਰ ਮੈਨੂੰ ਮਿਲ ਜਾਏ, ਰਜੋ ਗੁਣ ਕਿ ਦੂਸਰੇ ਨੂੰ ਰੋਟੀ ਵੀ ਨਾ ਮਿਲੇ, ਜਦੋਂ ਇਹ ਤ੍ਰਿਸ਼ਨਾ ਦੀ ਅੱਗ ਅੰਦਰ ਮੱਚਦੀ ਆ ਤੇ ਫਿਰ ਦੋਵੇਂ ਹੀ ਜਦੋਂ ਆਪਸ ਵਿੱਚ ਹੀ ਅੱਗ ਜਿਹੜੀ ਹੈਗੀ ਟਕਰਾਉਂਦੀ ਆ, ਫਿਰ ਵਿਸਫੋਟ ਹੁੰਦਾ, ਫਿਰ ਭਾਈ ਇਹਨੂੰ ਕਸ਼ਟ ਆਉਂਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਤੂੰ ਆਪਣੇ ਅੰਦਰ ਨੂੰ ਵਾਹਿਗੁਰੂ ਪਰਮਾਤਮਾ ਹਰੀ ਦਾ ਨਾਮ ਜਪ ਕੇ ਉਹਦੇ ਗੁਣਾਂ ਨੂੰ ਯਾਦ ਕਰਕੇ ਅੰਦਰਲਾ ਸੀਤਲ ਕਰ, ਅੰਦਰਲਾ ਠੰਡਾ ਕਰ। ਫਿਰ ਬਾਹਰਲੀ ਗਰਮੀ ਜਿਹੜੀ ਹੈਗੀ ਆ ਉਹ ਤੈਨੂੰ ਤਪਸ਼ ਸਤਾਏਗੀ ਨਹੀਂ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਹਾੜ
ਕਿ ਜਦੋਂ ਅੱਧਾ ਮਹੀਨਾ ਦੇ ਲੋਆਂ ਦੇ ਨਾਲ ਆਸਾੜ ਸਾੜ ਪੈਂਦਾ ਤੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਵਗ ਕੇ ਪੂਰਾ ਮਾਨਸੂਨ ਆਉਂਦਾ, ਬਾਰਿਸ਼ਾਂ ਹੁੰਦੀਆਂ ਤੇ ਇੰਨਾ ਪਾਣੀ ਇਕੱਠਾ ਹੋ ਜਾਂਦਾ ਕਿ ਹੜ੍ਹ ਆ ਜਾਂਦਾ। ਉਹ ਵੀ ਦੁੱਖ ਦਾ ਕਾਰਨ ਬਣਦਾ। ਪਹਿਲੋਂ ਤਪਸ਼ ਦੇ ਨਾਲ ਦੁਖੀ, ਫਿਰ ਹੜ੍ਹ ਦੇ ਨਾਲ ਦੁਖੀ ਹੈ। ਤੋਂ ਮਹਾਰਾਜ ਕਹਿੰਦੇ ਕਿ ਮਨੁੱਖ ਜਿਹੜਾ ਉਹ ਸੁਖੀ ਕਦੋਂ ਹੁੰਦਾ? ਤੋਂ ਸੁਖੀ ਉਦੋਂ ਹੁੰਦਾ ਜਦੋਂ ਮਨੁੱਖ ਇਕੱਲਾ ਹੁੰਦਾ, ਜਦੋਂ ਸਾਰੇ ਦਾਇਤ ਸੰਸਾਰ ਦੇ ਪੂਰੇ ਕਰਕੇ ਤੇ ਬਾਹਰ ਇਕਾਂਤ ਇਕੱਲਾ ਬੈਠ ਕੇ ਵਾਹਿਗੁਰੂ ਨੂੰ ਸਿਮਰਦਾ, ਉਦੋਂ ਸਭ ਤੋਂ ਜ਼ਿਆਦਾ ਸੁਖੀ ਹੁੰਦਾ। ਜਦੋਂ ਇੱਕ ਜਣਾ ਕੋਲ ਆ ਜਾਵੇ ਤੇ ਫਿਰ ਭਾਈ ਨਿੰਦਿਆ ਚੁਗਲੀ ਹੋਣ ਲੱਗ ਜਾਂਦੀ। ਜੇ ਜ਼ਿਆਦੇ ਕੋਲ ਆਣ ਕੇ ਬਹਿ ਜਾਣ ਤੇ ਫਿਰ ਵਿਵਾਦ ਹੋਣਾ ਸ਼ੁਰੂ ਹੋ ਜਾਂਦਾ। ਇਸੇ ਕਰਕੇ ਹੀ ਜੰਗਲ ਦੇ ਵਿੱਚ ਇੱਕ ਵਾਂਸ ਦਾ ਰੁੱਖ ਜਿਹੜਾ ਉਹ ਸੁਰੱਖਿਅਤ ਆ, ਤੇ ਜਦੋਂ ਉਸ ਵਾਂਸ ਦੇ ਕੋਲ ਉਹਦਾ ਇੱਕ ਹੋਰ ਸ਼ਰੀਕ ਆ ਜਾਵੇ, ਇੱਕ ਹੋਰ ਵਾਂਸ ਦਾ ਦਰਖਤ ਹੋ ਜਾਏ, ਤੇ ਦੋ ਦਰਖਤ ਜਦੋਂ ਵਾਂਸ ਦੇ ਆਪਸ ਵਿੱਚ ਹੀ ਟਕਰਾਉਂਦੇ ਆ ਤੇ ਉਦੋਂ ਅੱਗ ਪੈਦਾ ਕਰਦੇ ਆ ਤੇ ਆਪ ਵੀ ਸੜਦੇ ਆ ਤੇ ਜੰਗਲ ਨੂੰ ਵੀ ਸਾੜਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਕਿ ਜਿਹੜਾ ਮਨ ਵਾ ਉਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇਕੱਲਾ ਜੁੜਿਆ ਹੋਵੇ ਤੇ ਸੁਖੀ ਆ। ਤੇ ਮਨ ਦੇ ਨਾਲ ਭਾਈ ਮਨ ਦੀ ਸੰਗਤ ਨਹੀਂ ਕਰਨੀ। ਸੰਗਤ ਜਿਹੜੀ ਹੈਗੀ ਆ ਉਹ ਅਕਾਲ ਪੁਰਖ ਵਾਹਿਗੁਰੂ ਦੇ ਉਪਦੇਸ਼ ਦੀ ਜਿਹੜੀ ਸਿੱਖਿਆ ਵਾ ਉਹਦੀ ਕਰਨੀ ਆ। ਉਹ ਲੇਕਿਨ ਜੇਕਰ ਮਨ ਦੀ ਸੰਗਤ ਕਰੂਗਾ ਤੇ ਫਿਰ ਮਨ ਬੁਰੀ ਸਲਾਹ ਹੀ ਦਊਗਾ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਤੋ ਜਿਹੜਾ ਮਨਮੁਖ ਮਨੁੱਖ ਹੁੰਦਾ ਉਹ ਸਾਰੇ ਜਗਤ ਦੀ ਪਾਲਣਾ ਕਰਨੇ ਵਾਲਾ ਜਿਹੜਾ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਉਹਨੂੰ ਤਿਆਗ ਕੇ ਤੇ ਭਾਈ ਉਹ ਮਨੁੱਖ ਦੀ ਆਸ ਨੂੰ ਆਪਣੇ ਦਿਲ ਦੇ ਵਿੱਚ ਵਸਾ ਕੇ ਰੱਖਦਾ ਕਿ ਆ ਮੇਰਾ ਭਰਾ ਮੇਰੀ ਮਦਦ ਕਰ ਦੂਗਾ, ਮੇਰਾ ਦੋਸਤ ਮੇਰੀ ਮਦਦ ਕਰ ਦੂਗਾ। ਤੋ ਜਵਾਨੀ ਦੇ ਵਿੱਚ ਇਹੋ ਹੀ ਆਸ ਦੇ ਉੱਤੇ ਆਪਣਾ ਸਮਾਂ ਖਰਾਬ ਕਰ ਦਿੰਦਾ, ਆਪਣੀ ਜਵਾਨੀ ਖਰਾਬ ਕਰ ਦਿੰਦਾ। ਤੇ ਫਿਰ ਮਹਾਰਾਜ ਕਹਿੰਦੇ ਆ ਕਿ ਭਾਈ ਵਿਅਰਥ ਸਮਾਂ ਵਿਅਰਥ ਖਰਾਬ ਕਰਦਾ, ਜਿਹੜਾ ਕਿ ਸਮਾਂ ਕਦੀ ਵੀ ਜਿਹੜਾ ਬੀਤ ਗਿਆ ਉਹ ਕਦੀ ਵਾਪਸ ਨਹੀਂ ਆਏਗਾ। ਇਹ ਤੇ ਮਨ ਦਾ ਮਾਇਆ ਦਾ ਛਲਾਵਾ ਸੀਗਾ ਕਿ ਜਿਹੜਾ ਦੂਸਰਿਆਂ ਦੀ ਆਸ ਤੇ ਬੈਠਾ। ਮਹਾਰਾਜ ਕਹਿੰਦੇ ਭਾਈ ਉਦਮ ਕਰਿੰਦਿਆਂ ਜੀਵ ਤੂੰ ਕਮਾਵਦਿਆਂ ਸੁਖ ਪੁੰਚ, ਧਿਆਨ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚੰਦ। ਜੇ ਤੈਨੂੰ ਸੁਖ ਚਾਹੀਦੇ ਆ ਤੇ ਤੂੰ ਉਦਮ ਕਰ, ਪਵਿੱਤਰ ਮਿਹਨਤ ਕਰ, ਤੈਨੂੰ ਸਾਰੇ ਪ੍ਰਕਾਰ ਦੇ ਸੁੱਖ ਮਿਲ ਜਾਣਗੇ। ਜੇ ਤੈਨੂੰ ਵਾਹਿਗੁਰੂ ਦੀ ਲੋੜ ਆ, ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਵਾ, ਤੇ ਤੂੰ ਧਿਆਨ ਕਰ ਸ਼ਬਦ ਦਾ, ਵਾਹਿਗੁਰੂ ਮਿਲ ਜਾਏਗਾ। ਤੋ ਇਸ ਕਰਕੇ ਕਹਿੰਦੇ ਆ ਕਿ ਵਿਅਰਥ ਦਾ ਜਿਹੜਾ ਸਮਾਂ ਵਾ ਉਹ ਮਨੁੱਖਾਂ ਦੀ ਆਸ ਦੇ ਉੱਤੇ ਨਾ ਖਰਾਬ ਕਰੀ। ਇਹ ਮਾਇਆ ਦਾ ਛੜਾਵਾ ਵਾ। ਜਦੋਂ ਜਵਾਨੀ ਬੀਤ ਗਈ ਉਦੋਂ ਹੋਸ਼ ਆਊਗੀ, ਪਛਤਾਵਾ ਲੱਗੇਗਾ ਕਿ ਮੈਂ ਤੇ ਐਵੇਂ ਬੈਠਾ ਰਿਹਾ ਆਸ ਦੇ ਉੱਤੇ। ਦੁਏ ਪਾਏ ਵੀ ਗੁੱਚੀਏ ਗੱਲ ਪਈ ਸੋ ਜਮ ਕੀ ਫਾਸ। ਤੋ ਸਾਧ ਸੰਗਤ ਇਸੇ ਹੀ ਦੁਬਦਾ ਦੇ ਵਿੱਚ ਕੋਈ ਨਿਰਣਾ ਨਹੀਂ ਕਰ ਸਕਦਾ ਜੀਵ। ਇਹ ਜਿਹੜੀ ਦੁਬਦਾ ਹੁੰਦੀ ਆ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਮਹਾਰਾਜ ਕਹਿੰਦੇ ਨੇ ਇਹ ਬਿਦ ਕਰਤ ਤਪੱਸਿਆ ਭੈ ਦੁਇ ਤੇ ਏਕ ਰੂਪ ਹੋਏ ਗਏ। ਇਹ ਜਿਹੜੀ ਦੁਬਦਾ ਹੁੰਦੀ ਆ ਇਹ ਭਾਈ ਜੀਵਨ ਖਰਾਬ ਕਰ ਦਿੰਦੀ ਹੈ, ਉਮਰ ਖਰਾਬ ਕਰ ਦਿੰਦੀ ਹੈ। ਸੇਵਾ ਕਰਾਂਗੇ ਨਾ ਕਰਾਂ, ਨਾਮ ਜਪਾਂਗੇ ਨਾ ਜਪਾਂ, ਚੰਗੇ ਕੰਮ ਕਰਾਂਗੇ ਨਾ ਕਰਾਂ, ਯਾਤਰਾ ਕਰਾਂਗੇ ਨਾ ਕਰਾਂ। ਇਹ ਜਿਹੜਾ ਦੋ ਭਾਵ ਹੁੰਦਾ ਇਹ ਕਿਸੇ ਪਾਸੇ ਨਹੀਂ ਲੱਗਣ ਦਿੰਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਆਪਣੇ ਆਪ ਨੂੰ ਕਦੀ ਸਰੀਰ ਸਮਝਦਾ, ਆਪਣੇ ਆਪ ਨੂੰ ਕਦੀ ਜੀਵ ਸਮਝਦਾ, ਆਪਣੇ ਆਪ ਨੂੰ ਕਦੀ ਪੰਜਾਂ ਤੱਤਾਂ ਦਾ ਸਮਝਦਾ, ਆਪਣੇ ਆਪ ਨੂੰ ਕਦੀ ਹੰਕਾਰ ਸਮਝਦਾ।
ਪਰ ਮਹਾਰਾਜ ਕਹਿੰਦੇ ਕਿ ਤੂੰ ਇਹ ਨਹੀਂ ਹੈਗਾ। ਤੂੰ ਤੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਤੇ ਵਾਹਿਗੁਰੂ ਦਾ ਰੂਪ ਆ, ਪਰਮਾਤਮਾ ਦਾ ਤੂੰ ਸਰੂਪ ਆ, ਜੋਤੀ ਸਰੂਪ ਆ, ਚੇਤਨ ਸਰੂਪ ਆ, ਆਨੰਦ ਸਰੂਪ ਆ। ਤੋ ਮਹਾਰਾਜ ਕਹਿੰਦੇ ਕਿ ਭਾਈ ਇਸੇ ਹੀ ਦੁਬਿਧਾ ਦੇ ਵਿੱਚ ਇਹਨੇ ਆਪਣਾ ਜੀਵਨ ਖਰਾਬ ਕਰ ਲਿਆ। ਤੋਂ ਬਾਅਦ ਦੇ ਵਿੱਚ ਫਿਰ ਪਛਤਾਵੇ ਦੀ ਜਿਹੜਾ ਜੰਮ ਵਾ ਉਹ ਗਲ ਦੇ ਵਿੱਚ ਪੈ ਜਾਂਦਾ। ਬਾਅਦ ਦੇ ਵਿੱਚ ਪਛਤਾਵਾ ਹੀ ਰਹਿ ਜਾਂਦਾ ਕਿ ਮੈਂ ਤਾਂ ਜਿਸ ਕੰਮ ਕਰਨ ਵਾਸਤੇ ਆਇਆ ਸੀ ਉਹ ਕੀਤਾ ਹੀ। ਜਾਂ ਕੋ ਆਏ ਸਵੀ ਬਿਹਾਜੋ, ਜਿਸ ਵਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਜਿਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਸੀ ਉਹ ਤਾਂ ਕੀਤੀ ਨਹੀਂ, ਮੈਂ ਤਾਂ ਦੁਬਿਧਾ ਦੇ ਵਿੱਚ ਹੀ ਫਸਿਆ ਰਿਹਾ। ਬਾਅਦ ਦੇ ਵਿੱਚ ਪਛਤਾਵਾ ਲੱਗਦਾ। ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਧਰਮ ਦਾ ਭਾਵ ਇਹ ਹੁੰਦਾ ਕਿ ਮੈਂ ਕੀ ਆ, ਮੈਂ ਤੇ ਵਾਹਿਗੁਰੂ ਪਰਮਾਤਮਾ ਦਾ ਰੂਪ ਆ। ਇਹੋ ਹੀ ਆਪਣੇ ਆਪ ਨੂੰ ਬ੍ਰਹਮ ਸਮਝਣਾ ਹੁੰਦਾ। ਜਿਹਾ ਬੀਜੇ ਸੋ ਲੁਣੇ, ਮੱਥੇ ਜੋ ਲਿਖਿਆਸ। ਭਾਈ ਜੋ ਮਤ ਦੇ ਵਿੱਚ ਜੀਵ ਸੋਚਦਾ ਉਹ ਹੀ ਕਰਮ ਕਰਦਾ, ਤੇ ਜਿਹੜੇ ਕਰਮ ਕਰਦਾ ਉਹ ਹੀ ਇਹਨੂੰ ਫਲ ਮਿਲਦਾ। ਤੋ ਮਤੀ ਦੇ ਵਿੱਚ ਚੰਗੇ ਵਿਚਾਰ ਸੋਚਣੇ ਚੰਗੇ ਚਾਹੀਦੇ ਆ। ਮਤੀ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਸਿੱਖਿਆ ਦੇ ਨਾਲ ਚੰਗੀ ਗਿਆਨ ਵਿਚਾਰ ਸੋਚਣੀ ਚਾਹੀਦੀ ਹੈ। ਕਿਉਂਕਿ ਜਿਹੜਾ ਸੋਚ ਹੁੰਦੀ ਆ ਉਹ ਬੀਜ ਹੁੰਦਾ, ਤੇ ਜੇ ਬੀਜ ਜਿਹੜਾ ਉਹ ਚੰਗਾ ਬੀਜਿਆ ਤੇ ਚੰਗਾ ਹੀ ਫਲਿਆ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਮੱਥੇ ਤੋਂ ਜਿਹੜਾ ਤੂੰ ਲਿਖਿਆ ਸੀ, ਸੋਚਿਆ ਸੀਗਾ, ਉਹੋ ਹੀ ਕਰਮ ਬਣਿਆ, ਤੇ ਜਿਹੜਾ ਕਰਮ ਸੀਗਾ ਉਹੋ ਹੀ ਫਲ ਬਣਿਆ। ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਤੋ ਸਾਰਾ ਸਮਾਂ ਜਿਹੜਾ ਸੀਗਾ ਉਹ ਰਾਗ ਦਵੇਸ਼, ਈਰਖਾ ਵਖੀਲੀ, ਨਿੰਦਿਆ ਚੁਗਲੀ ਆਪਣਾ ਬਗਾਨੇ ਦੇ ਵਿੱਚ ਹੀ ਮਨੁੱਖ ਨੇ ਬਤੀਤ ਕਰ ਦਿੱਤੀ। ਤੇ ਇਹ ਜਿਹੜੀ ਉਮਰ ਸੀਗੀ ਇਹ ਮਾਨੋ ਰਾਤ ਵਾਂਗੂ ਕਾਲੀ ਅਗਿਆਨ ਦੇ ਵਿੱਚ ਬਤੀਤ ਹੋਈ, ਤੇ ਮਨੁੱਖ ਜਿਹੜਾ ਸੀਗਾ ਉਹ ਖਾਲੀ ਹੱਥ ਹੀ ਸੰਸਾਰ ਤੋਂ ਨਿਰਾਸ਼ ਹੋ ਕੇ ਚਲਾ ਗਿਆ ਕਿ ਮੈਂ। ਮਹਾਰਾਜ ਕਹਿੰਦੇ ਨੇ ਕਿ ਗੁਰ ਸੇਵਾ ਦੇ ਭਗਤ ਕਮਾਈ, ਤਾਬੇ ਮਾਨੁਖ ਦੇਹੀ ਪਾਈ। ਇਸ ਦੇਹੀ ਤੇ ਸਿਮਰੇ ਦੇਵ, ਸਾਂ ਦੇਹੀ ਭਜ ਹਰ ਕੀ ਸੇਵ। ਪਰਮਾਤਮਾ ਗੁਰੂ ਦੀ ਸੇਵਾ ਕੀਤੀ, ਇਹ ਮਨੁੱਖਾ ਦੇਹੀ ਮਿਲੀ, ਤੇ ਇਸ ਮਨੁੱਖਾ ਦੇਹੀ ਦੇ ਵਿੱਚ ਜਿਹਨੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ ਭਾਈ, ਉਹ ਮਨੁੱਖਾ ਦੇਹੀ ਸਫਲ ਹੋ ਗਈ ਆ, ਤੇ ਜਿਹੜੀ ਦੂਸਰੀ ਮਨੁੱਖਾ ਦੇਹੀ ਆ ਉਹ ਨਿਸਫਲ ਹੋ ਗਈ, ਆਵਾਗਮਨ ਦੇ ਵਿੱਚ ਚਲੇਗੀ। ਬਾਅਦ ਦੇ ਵਿੱਚ ਬੁਢੇਪੇ ਦੇ ਵਿੱਚ ਉਹਨੂੰ ਨਿਰਾਸ਼ਾ ਮਿਲੀ। ਤੋ ਜਾਣ ਲੱਗਾ ਜੀਵ ਜਿਹੜਾ ਹੈਗਾ ਉਹ ਪਛਤਾ ਕੇ ਜਾਂਦਾ ਕਿ ਮੈਂ ਜੋ ਸੰਸਾਰ ਦੇ ਵਿੱਚ ਕਰਨ ਆਇਆ ਸੀ ਉਹ ਨਹੀਂ ਕੀਤਾ, ਮੈਂ ਤਾਂ ਉਲਟੀ ਕਰਦਾ ਰਿਹਾ, ਮੈਂ ਈਰਖਾ ਹੀ ਕਰਦਾ ਰਿਹਾ, ਦਵੇਸ਼ ਹੀ ਕਰਦਾ ਰਿਹਾ, ਮੈਂ ਸੋਚਦਾ ਹੀ ਰਿਹਾ, ਵਿਚਾਰਦਾ ਹੀ ਰਿਹਾ, ਇੱਕ ਵੀ ਕਦਮ ਮੈਂ ਵਾਹਿਗੁਰੂ ਪਰਮਾਤਮਾ ਵਾਲੇ ਪਾਸੇ ਨਹੀਂ ਵਧਾਇਆ। ਜੋ ਵੀ ਜਵਾਨੀ ਦੇ ਵਿੱਚ ਧਰਮ ਕਮਾਉਂਦਾ ਉਹ ਹੀ ਅੱਗੇ ਬੁਢੇਪੇ ਦੇ ਵਿੱਚ ਇੰਜੋਏ ਪ੍ਰਾਪਤ ਹੁੰਦੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਨਿਰਾਸ਼ ਹੋ ਕੇ ਨਹੀਂ ਜਾਣਾ ਸੰਸਾਰ ਤੋਂ, ਸਫਲਤਾ ਦੇ ਨਾਲ ਜਾਣਾ। ਸਫਲ ਭਈ ਯਾਤਰਾ, ਇਹ ਮਨੁੱਖਾ ਦੇਹੀ ਦੀ ਯਾਤਰਾ ਨੂੰ ਸਫਲਤਾ ਕਰਕੇ ਜਾਣਾ, ਪਵਿੱਤਰ ਕਿਰਤ ਕਰਕੇ ਜਾਣਾ, ਭਲਾ ਕਰਕੇ ਜਾਣਾ, ਪਰਮਾਤਮਾ ਦੀ ਪ੍ਰਾਪਤੀ ਕਰਕੇ ਜਾਣਾ। ਜਿਨ ਕੋ ਸਾਧੂ ਭੇਟੀਐ,
ਸੋ ਦਰ ਗਏ ਹੋਏ ਖਲਾਸ। ਤੋ ਮਹਾਰਾਜ ਕਹਿੰਦੇ ਕਿ ਜਿਨ੍ਹਾਂ ਭਾਗਾਂ ਵਾਲਿਆਂ ਨੂੰ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਆ, ਉਹ ਭਾਈ ਇਸ ਸੰਸਾਰ ਦੇ ਵਿੱਚੋਂ ਸਫਲ ਹੋ ਕੇ ਗਏ ਨੇ। ਕਿਉਂਕਿ ਸਭ ਕੁਝ ਘਰੋਂ ਨਹੀਂ ਮਿਲਦਾ। ਗਿਆਨ ਪ੍ਰਾਪਤ ਕਰਨ ਵਾਸਤੇ ਸਤਸੰਗ ਵਿੱਚ ਜਾਣਾ ਪੈਂਦਾ, ਤੀਰਥਾਂ ਤੇ ਜਾਣਾ ਪੈਂਦਾ, ਮਿਹਨਤ ਮਸ਼ੱਕਤ ਕਰਨੀ ਪੈਂਦੀ ਆ। ਤਾਂ ਮਹਾਰਾਜ ਕਹਿੰਦੇ ਉਹ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ। ਔਰ ਜਦੋਂ ਵੀ ਮਹਾਂਪੁਰਖਾਂ ਕੋਲ ਜਾਓ, ਤੀਰਥਾਂ ਤੇ ਜਾਓ, ਤੇ ਪਰਮਾਤਮਾ ਨੂੰ ਮੁੱਖ ਰੱਖੋ, ਸੰਸਾਰ ਨੂੰ ਮੁੱਖ ਨਾ ਰੱਖੋ। ਸੰਸਾਰ ਜਦੋਂ ਸੂਰਜ ਵੱਲ ਨੂੰ ਮੂੰਹ ਕਰਾਂਗੇ ਤੇ ਪਰਛਾਵਾਂ ਪਿੱਛੇ ਪਿੱਛੇ ਆਉਣਾ, ਜੇ ਸੂਰਜ ਨੂੰ ਪਿੱਠ ਕਰਦੀ ਤੇ ਪਰਛਾਵਾਂ ਹੱਥ 'ਚ ਨਹੀਂ ਆਉਣਾ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਜਦੋਂ ਜੀਵ ਪਾਠ ਕਰਦਾ ਉਦੋਂ ਇਹਦੀ ਭਾਵਨਾ ਦੇ ਵਿੱਚ ਸੰਸਾਰ ਦੀ ਪ੍ਰਾਪਤੀ ਆ ਜਾਂਦੀ ਆ। ਜਦੋਂ ਸੰਗਤ ਕਰਦਾ ਉਦੋਂ ਸੰਸਾਰ ਦੀ ਪ੍ਰਾਪਤੀ ਆ ਜਾਂਦੀ ਆ। ਜਦੋਂ ਯਾਤਰਾ ਤੇ ਜਾਂਦਾ, ਤੀਰਥਾਂ ਤੇ ਜਾਂਦਾ, ਤੇ ਉਦੋਂ ਇਹਨੂੰ ਧਨ ਪਦਾਰਥ ਚੇਤੇ ਆ ਜਾਂਦਾ ਕਿ ਜੋ ਕੁਝ ਲਾਹਾ ਮਿਲਣਾ ਸੀ ਉਹ ਨਹੀਂ ਮਿਲਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹ ਪੁੰਨਾਂ ਵਾਲੇ ਨੇ ਜਿਨ੍ਹਾਂ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜਿਨ੍ਹਾਂ ਨੇ ਸੰਗਤ ਕੀਤੀ ਆ ਔਰ ਭਾਈ ਉਹ ਖਲਾਸ ਹੋ ਗਏ ਆ, ਉਹ ਸ਼ੁੱਧ ਹੋ ਗਏ, ਉਹ ਸ਼ੁੱਧ ਹੋ ਕੇ ਦਰਗਾਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋਏ ਆ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਤੋ ਸਾਧ ਸੰਗਤ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਸਰਗੁਣ ਸਰੂਪ ਦਰਸ਼ਨ ਦੀ ਲੀਲਾ ਕਦੋਂ ਪ੍ਰਾਪਤ ਹੋਵੇ। ਬਾਣੀ ਪੜ੍ਹਨੀ ਠੀਕ ਆ, ਨਾਮ ਜਪਣਾ ਠੀਕ ਆ, ਪਰ ਇਸ਼ਟ ਦੇਵ ਨੂੰ ਪ੍ਰੇਮ ਕਰਨਾ ਇਹ ਸਭ ਤੋਂ ਸ਼੍ਰੇਸ਼ਟ ਹੈ। ਜੇਕਰ ਇਸ਼ਟ ਦੇਵ ਨੂੰ ਪ੍ਰੇਮ ਨਹੀਂ ਕੀਤਾ ਤੇ ਫਿਰ ਸਫਲਤਾ ਨਹੀਂ ਮਿਲੇਗੀ। ਕਿਉਂਕਿ ਪਹਿਲੋਂ ਨਿਰਾਕਾਰ ਨਹੀਂ ਗਾ, ਪਹਿਲੋਂ ਸਰਗੁਣ ਆ। ਨਿਰਗੁਣ ਜਿਹੜਾ ਹੁੰਦਾ ਉਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਨਿਰਗੁਣ ਆ ਉਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ। ਦੁੱਧ ਦੇ ਵਿੱਚ ਕੋਈ ਗੁਣ ਨਹੀਂ ਹੁੰਦਾ। ਦੁੱਧ ਜਦੋਂ ਚੋਨੇ ਆ ਤੇ ਉਹ ਦੁੱਧ ਜਦੋਂ ਇਸਤਰੀ ਦੇ ਹੱਥ ਵਿੱਚ ਆਉਂਦਾ, ਸਵਾਣੀ ਦੇ ਹੱਥ ਵਿੱਚ ਆਉਂਦਾ, ਤੇ ਉਹ ਉਹਨੂੰ ਦਹੀਂ ਬਣਾਉਂਦੀ ਆ ਜਾਂ ਖੀਰ ਬਣਾ ਲੇਗੀ। ਪਰ ਉਹੋ ਹੀ ਦੁੱਧ ਜਦੋਂ ਕਿਸੇ ਮਾਹਿਰ ਹਲਵਾਈ ਦੇ ਹੱਥ ਵਿੱਚ ਆ ਜੇ ਤੇ ਉਹ ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ ਬਣਾ ਕੇ ਰੱਖ ਦਿੰਦਾ। ਇਸ ਕਰਕੇ ਦੁੱਧ ਦੇ ਵਿੱਚ ਸਭ ਕੁਝ ਹੀ ਆ, ਪਰ ਜਦੋਂ ਗਿਆਨ ਦੇ ਨਾਲ ਵਰਤਿਆ ਜਾਂਦਾ ਤੇ ਉਦੋਂ ਹੀ ਪ੍ਰਗਟ ਹੁੰਦਾ। ਇਸ ਕਰਕੇ ਪਰਮਾਤਮਾ ਅਕਾਲ ਪੁਰਖ ਜਿਹੜਾ ਨਿਰਗੁਣ ਆ ਉਹ ਭਾਈ ਦੁੱਧ ਵਾਂਗੂ ਆ। ਜਦੋਂ ਸਰਗੁਣ ਸਰੂਪ ਦੇ ਵਿੱਚ ਗਿਆਨ ਦੇ ਨਾਲ ਉਹਦਾ ਫਾਇਦਾ ਲਿਆ ਜਾਂਦਾ ਤੇ ਉਹਦੀ ਪ੍ਰਾਪਤੀ ਜਿਹੜੀ ਹੈਗੀ ਆ ਉਹ ਇਸ਼ਟ ਦੇਵ ਸਰਗੁਣ ਦੇ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਦੋਂ ਵੀ ਮਹਾਂਪੁਰਖਾਂ ਦੇ ਕੋਲ ਜਾਓ ਜਾਂ ਤੀਰਥ ਸਥਾਨ ਤੇ ਜਾਓ ਤੇ ਇਹ ਬੇਨਤੀ ਕਰਨੀ ਚਾਹੀਦੀ ਆ ਕਿ ਮਹਾਰਾਜ ਤੁਸੀਂ ਜਿਸ ਅਸਥਾਨ ਦੇ ਉੱਤੇ ਉਹ ਇਹ ਲੀਲਾ ਦਾ ਮੈਨੂੰ ਦਰਸ਼ਨ ਕਰਾਓ। ਹਰਮੰਦਰ ਸਾਹਿਬ ਗਏ ਆ ਤੇ ਹਰਮੰਦਰ ਸਾਹਿਬ ਦਾ ਜੋ ਉਸ ਵੇਲੇ ਸਰੂਪ ਆ ਗੁਰੂ ਮਹਾਰਾਜ ਦੇ ਵੇਲੇ, ਉਸ ਲੀਲਾ ਦਾ ਦਰਸ਼ਨ ਕਰਾਓ। ਤਾਂ ਮਹਾਰਾਜ ਕਹਿੰਦੇ ਆ ਕਿ ਸਰਗੁਣ ਜਿਹੜਾ ਪਰਮੇਸ਼ਰ ਪਰਮਾਤਮਾ ਵਾ ਉਹਦੇ ਭਾਈ ਦਰਸ਼ਨਾਂ ਦੀ ਪਿਆਸ ਲੱਗੇ, ਨਾਮ ਜਪਣ ਦੀ ਪਿਆਸ ਲੱਗੇ, ਸੇਵਾ ਦੀ ਪਿਆਸ ਲੱਗੇ। ਇਹ ਅਰਦਾਸ ਕਰਨੀ ਚਾਹੀਦੀ ਹੈ।
ਜੇ ਮੈਨੂੰ ਗੁਰੂ ਦੇ ਦਰਸ਼ਨ ਨਹੀਂ ਹੋਏ ਤੇ ਫਿਰ ਮੇਰੀ ਧਰਮ ਦੀ ਯਾਤਰਾ ਜਿਹੜੀ ਹੈਗੀ ਆ ਉਹ ਸਫਲ ਨਹੀਂ ਹੈਗੀ। ਤੋ ਇਹ ਬੇਨਤੀ ਕਰਨੀ ਚਾਹੀਦੀ ਆ ਕਿ हे ਇਸ਼ਟ ਦੇਵ ਮੈਨੂੰ ਦਰਸ਼ਨ ਦਿਓ, ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਪਿਆਸੀ ਆ। ਪਪੀਹਾ ਪ੍ਰਿਉ ਪ੍ਰਿਉ ਕਰੇ ਜਲ ਲਿਤ ਪ੍ਰੇਮ ਪਿਆਰ, ਜਿੱਦਾਂ ਬਬੀਹਾ ਬੱਦਲਾਂ ਵੱਲ ਦੇਖ ਕੇ ਤੇ ਪ੍ਰਿਉ ਪ੍ਰਿਉ ਕਰਦਾ, ਇਸੇ ਤਰ੍ਹਾਂ ਹੀ ਕਿ ਮੈਂ ਵੀ ਤੁਹਾਡੇ ਦਰਸ਼ਨ ਦੇ ਵਾਸਤੇ ਮੈਨੂੰ ਪਿਆਸ ਆ ਤੇ ਤੁਸੀਂ ਦਰਸ਼ਨ ਦਿਓ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਤੋ ਮਹਾਰਾਜ ਕਹਿੰਦੇ ਕਿ परमात्मा ਦੇ ਅੱਗੇ ਇਹ ਅਰਦਾਸ ਕਰੋ ਕਿ ਮੇਰੀ परमात्मा ਮੈਨੂੰ ਦਰਸ਼ਨ ਹੋਣ ਤੇ ਮੇਰੀ ਇਹ ਅਵਸਥਾ ਬਣ ਜਾਏ ਕਿ ਮੈਂ ਜਿੱਧਰ ਵੀ ਦੇਖਾਂ ਮੈਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾ ਕੋਈ ਬੋਲੇ ਰੇ। ਸਭ ਮੈਂ ਜੋਤ ਜੋਤ ਹੈ सोए, तिस दे चानन सब मैं चानन होए। गुरसाखी जोत प्रगट होए कि परमात्मा जी मेरी ये अवस्था बना दो कि मेरे हिरदे च जोत प्रगट हो जाए, परमात्मा का स्वरूप प्रगट हो जाए ते मैनू सारिਆਂ ਦੇ ਵਿੱਚ ਉਸੇ ਹੀ परमात्मा ਦਾ ਸਰੂਪ ਦਿਸੇ। ਮੈਂ ਕਿਸੇ ਨਾਲ द्वेष ना ਕਰਾਂ, ਕਿਸੇ ਨਾਲ ਈਰਖਾ ਨਾ ਕਰਾਂ, ਸਾਰਿਆਂ ਨਾਲ ਸ਼ੁਭ ਵਿਵਹਾਰ ਕਰਾਂ। ਇਹ ਮੇਰੀ ਅਵਸਥਾ ਹੋ ਜਾਵੇ ਤਾਂ ਕਿ ਮੈਨੂੰ ਠੰਡ ਪੈ ਜਾਵੇ। ਇਹ ਬ੍ਰਹਮਾਕਾਰ ਬਿਰਤੀ ਹੁੰਦੀ ਆ ਕਿ ਜਦੋਂ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਕਿ ਜਦੋਂ ਪਿੰਡੇ ਦੇ ਵਿੱਚ ਵਾਹਿਗੁਰੂ ਪਰਮਾਤਮਾ ਪ੍ਰਗਟ ਹੋ ਜਾਂਦਾ ਤੇ ਉਹੋ ਹੀ ਫਿਰ ਸਾਰੇ ਬ੍ਰਹਮੰਡ ਦੇ ਵਿੱਚ ਉਹਨੂੰ ਮਹਿਸੂਸ ਹੁੰਦਾ ਤੇ ਆਪਣਾ ਬਗਾਨਾ ਸਾਰਾ ਮਿਟ ਜਾਂਦਾ, ਰਾਗ ਦਵੇਸ਼ ਸਭ ਮਿਟ ਜਾਂਦਾ ਤੇ ਅੰਦਰ ਗੰਭੀਰ ਠੰਡ ਪੈ ਜਾਂਦੀ ਆ, ਜਿਹੜੀ ਕਿ ਇਸ ਮਹੀਨੇ ਦੇ ਵਿੱਚ ਮਹਾਰਾਜ ਪ੍ਰਾਪਤ ਕਰਨ ਵਾਸਤੇ ਉਪਦੇਸ਼ ਕਰਦੇ ਆ ਕਿ ਭਾਈ ਉਹ ਠੰਡ ਜੇ ਤੈਨੂੰ ਪ੍ਰਾਪਤ ਹੋ ਜਾਵੇਗੀ ਨਾ ਤੇ ਫਿਰ ਬਾਹਰਲੀ ਜਿਹੜੀ ਗਰਮੀ ਆ ਹਾੜ ਦੇ ਮਹੀਨੇ ਦੀ, ਇਹ ਤੈਨੂੰ ਫਿਰ ਮਹਿਸੂਸ ਨਹੀਂ ਹੋਵੇਗੀ। ਆਸਾੜ ਸੁਹੰਦਾ ਤਿਸ ਲਗੇ, ਜਿਸ ਮਨ ਹਰ ਚਰਨ ਨਿਵਾਸ। ਤੋ ਮਹਾਰਾਜ ਕਹਿੰਦੇ ਕਿ ਇਹ ਜਿਹੜਾ ਹਾੜ ਦਾ ਮਹੀਨਾ ਵਾ, ਇਹ ਉਹਨਾਂ ਨੂੰ ਹੀ ਪਿਆਰਿਆਂ ਨੂੰ ਸ਼ੋਭ ਨਹੀਂ ਕਿਹਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਰੂਪ ਚਰਨ ਪ੍ਰਗਟ ਹੋ ਗਏ, ਉਹਦਾ ਸਰੂਪ ਪ੍ਰਗਟ ਹੋ ਗਿਆ। ਤੋ परमात्मा की प्राप्ति ही परमात्मा के चरण हुंदे आ ते परमात्मा की प्राप्ति हो जावे ते ये महीना जिहड़ा ये शोभनीक हो जावे। तो ये महाराज उपदेश करते आ कि भाई संसार दे विच आए आ, भाई प्राप्त मानुख दे हुरिया, गोबिंद मिलन की ए तेरी बरिया, ए तेरी वारी आ। यही तेरा अवसर, इहो ही तेरी वार, घट भीतर तू देख विचार। कहत कबीर जीत के हार, बहुत जिद करे पुकार पुकार। कहंदे यही तेरा अवसर आ परमात्मा नूं मिलन दा। इस अवसर नूं खराब ना कर दवीं। बाकी सारा संसार जिहड़ा एक पासे आ ते वाहिगुरू परमात्मा की प्राप्ति एक पासे आ। इस करके परमेश्वर परमात्मा जी की प्राप्ति करनी आ ते भाई ये जिहड़ा महीना वा, इस महीने दे विच वाहिगुरू परमात्मा गुरु महाराज दे उपदेश सिक्ख्या ते चल के ते अपना जीवन सफला करना। लोक सुखीए परलोक सुहेले, नानक हर प्रभ आपे मेले। नानक नाम चढ़दी कला, तेरे भाने सरबत दा भला। सतनाम वाहिगुरु, सतनाम वाहिगुरु।